ਨਮਸਕਾਰ ਸਟੂਡੈਂਟਸ। ਅੱਜ ਦੀ ਕਲਾਸ ਦੇ ਵਿੱਚ ਆਪਾਂ ਕਲਾਸ 9th NCERT ਸਾਇੰਸ ਦਾ ਚੈਪਟਰ ਨੰਬਰ 3 ਐਟਮਸ ਐਂਡ ਮੋਲੀਕੂਲਸ ਸ਼ੁਰੂ ਕਰਾਂਗੇ। ਦੇਖਦੇ ਹਾਂ। Ancient Indian and Greek philosophers have always wondered about the unknown and unseen form of matter। ਜੇ ਆਪਾਂ ਮੈਟਰ ਬਾਰੇ ਧਿਆਨ ਨਾਲ ਪੜ੍ਹਿਆ ਹੈ ਤਾਂ ਮੈਟਰ ਕੀ ਹੁੰਦਾ ਹੈ? Anything that occupies space and have mass is called matter। ਮਤਲਬ ਜੇ ਪੰਜਾਬੀ ਚ ਦੱਸਾਂ, ਕੋਈ ਵੀ ਚੀਜ਼ ਜਿਹੜੀ ਜਗ੍ਹਾ ਘੇਰਦੀ ਏ ਤੇ ਉਹਦਾ ਭਾਰ ਹੈਗਾ ਏ ਤਾਂ ਉਹ ਕੀ ਏ? ਮੈਟਰ। ਤਾਂ ਦੁਨੀਆ ਤੇ ਹਰੇਕ ਚੀਜ਼ ਮੈਟਰ ਹੈ। ਪੈਨ, ਮੋਬਾਈਲ, ਮਿੱਟੀ ਦਾ ਛੋਟਾ ਜਿਹਾ ਕਣ ਵੀ, ਹੈਨਾ। ਤੇ ਮੈਟਰ ਕੀ ਨਹੀਂ ਹੈਗਾ? ਇਮੋਸ਼ਨ ਮੈਟਰ ਨਹੀਂ ਹੈਗੇ। ਤੁਸੀਂ ਖੁਸ਼ ਹੋ, ਇਹ ਮੈਟਰ ਨਹੀਂ ਹੈਗਾ। ਤੁਸੀਂ ਸੈਡ ਹੋ, ਇਹ ਮੈਟਰ ਨਹੀਂ ਹੈਗਾ। ਅੱਛਾ, ਤਾਂ ਮੈਟਰ ਕੀ ਹੈ ਸਾਇੰਸ ਦੀ ਲੈਂਗੁਏਜ ਚ? ਇਹੋ ਜੀ ਕੋਈ ਵੀ ਚੀਜ਼ ਜਿਹੜੀ ਜਗ੍ਹਾ ਘੇਰਦੀ ਏ ਤੇ ਜਿੰਦਾ ਭਾਰ ਹੈਗਾ ਏ ਉਹ ਕੀ ਹੈ? ਮੈਟਰ। ਕਹਿੰਦਾ ਇੰਡੀਆ ਦੇ ਫਿਲੋਸਫਰ, ਗ੍ਰੀਕ ਦੇ ਫਿਲੋਸਫਰ ਦੇ ਕੋਲੋਂ ਹਮੇਸ਼ਾ ਇਹ ਸੋਚਦਾ ਰਹਿੰਦਾ ਸੀ ਉਹਨਾਂ ਦੇ ਮਾਈਂਡ 'ਚ ਕਿ ਮੈਟਰ ਅੱਗੋਂ ਬਣਿਆ ਕਾਹਦਾ ਹੋਇਆ। The idea of divisibility of matter was considered long back in India around 500 BC। ਕਹਿੰਦਾ ਇੰਡੀਆ ਦੇ ਵਿੱਚ 500 BC ਦੇ ਵਿੱਚ ਮੈਟਰ ਨੂੰ ਹੋਰ ਛੋਟਾ ਤੋੜਨ ਦਾ ਆਈਡੀਆ ਆਇਆ ਮਾਈਂਡਸ ਦੇ ਵਿੱਚ। ਐਨ ਇੰਡੀਅਨ ਫਿਲੋਸਫਰ ਮਹਾਰਿਸ਼ੀ ਕਨਾਡ postulated that if we go on dividing matter we shall get smaller and smaller particles। Ultimately a time will come when we shall come across the smallest particle beyond which further division will not be possible। ਕਹਿੰਦੇ ਮਹਾਰਿਸ਼ੀ ਕਨਾਡ ਆਏ ਸੀਗੇ, ਇੰਡੀਆ ਦੇ ਇੱਕ ਫਿਲੋਸਫਰ ਸੀਗੇ। ਇਹਨਾਂ ਨੇ ਗੱਲ ਕਹੀ, ਕਹਿੰਦੇ ਤੁਸੀਂ ਮੈਟਰ ਨੂੰ ਤੋੜੀ ਚੱਲੋ, ਮੈਟਰ ਨੂੰ ਛੋਟੇ ਛੋਟੇ ਟੁਕੜਿਆਂ 'ਚ ਤੋੜੀ ਚੱਲੋ। ਇੱਕ ਪੁਆਇੰਟ ਇਹੋ ਜਿਹਾ ਆਏਗਾ ਜਦੋਂ ਇਹ ਮੈਟਰ ਟੁੱਟਣਾ ਬੰਦ ਹੋ ਜਾਏਗਾ, ਇਹ ਮੈਟਰ ਨੂੰ ਹੋਰ ਤੋੜਿਆ ਜਾ ਨਹੀਂ ਸਕੇਗਾ। ਹੀ ਨੇਮਡ ਥੀਸ ਪਾਰਟੀਕਲ ਐਜ਼ ਪਰਮਾਣੂ। ਉਹਨੇ ਮੈਟਰ ਦੇ ਇਹ ਛੋਟੇ ਟੁਕੜੇ ਜਿਹਨੂੰ ਹੋਰ ਅੱਗੇ ਤੋੜਿਆ ਨਹੀਂ ਜਾ ਸਕਦਾ, ਇਹਨਾਂ ਨੂੰ ਨਾਮ ਦਿੱਤਾ ਪਰਮਾਣੂ। ਕਿਹੜੀ ਅਣੂ? ਪਰਮ। ਕਿਹੜੀ ਅਣੂ? ਪਰਮਾਣੂ। ਅਨਦਰ ਇੰਡੀਅਨ ਫਿਲੋਸਫਰ ਪਖੂਦਾ ਕਟਿਆਮਾ elaborated this doctrine and said that these particles normally exist in combined form which give us various forms of matter। ਉਸ ਤੋਂ ਬਾਅਦ ਇੱਕ ਹੋਰ ਆਏ ਇੰਡੀਆ ਦੇ ਫਿਲੋਸਫਰ, ਉਹਨਾਂ ਨੇ ਇੱਕ ਗੱਲ ਕਰ ਦਿੱਤੀ, ਕਹਿੰਦੇ ਇਹ ਜਿਹੜੇ ਪਾਰਟੀਕਲਸ ਨੇ ਇਹਨਾਂ ਨੂੰ ਕੰਬਾਈਨ ਫਾਰਮ ਦੇ ਵਿੱਚ ਪਾਇਆ ਜਾਂਦਾ ਹੈ ਤੇ ਇਹਨਾਂ ਨੂੰ ਇਕੱਲਾ ਜਿਹੜਾ ਤੋੜਨਾ ਔਖਾ ਹੈ। ਮਤਲਬ ਪਰਮਾਣੂ ਜਿਹੜੇ ਨੇ ਕੰਬਾਈਨ ਹੋ ਕੇ ਮੈਟਰ ਬਣਾਉਂਦੇ ਨੇ। ਜਿਵੇਂ ਮੈਂ ਤੁਹਾਨੂੰ ਕਹਿ ਦਿੰਦਾ, ਇੱਕ ਘਰ ਦੀ ਕੰਧ ਹੈਗੀ ਏ, ਕੰਧ ਇੱਟਾਂ ਦੀ ਬਣੀ ਹੋਈ ਹੈ, ਇੱਟਾਂ ਦੀ ਬਣੀ ਹੋਈ ਹੈ। ਹੁਣ ਜੇ ਕੋਈ ਪੁੱਛੇ ਸਭ ਤੋਂ ਛੋਟੀ ਚੀਜ਼ ਜਿਹਦੀ ਕੰਧ ਬਣੀ ਹੋਈ ਹੈ, ਤੁਸੀਂ ਕੀ ਕਹੋਗੇ? ਇੱਟ। ਉਵੇਂ ਹੀ ਮੈਟਰ ਜਿਹੜਾ ਏ ਉਹ ਕਿਸ ਚੀਜ਼ ਦਾ ਬਣਿਆ ਹੋਇਆ ਹੈ? ਪਰਮਾਣੂ ਦਾ। ਹੁਣ ਤੱਕ ਆਪਾਂ ਇਹ ਪੜ੍ਹਿਆ। ਉਸ ਤੋਂ ਬਾਅਦ ਅਰਾਊਂਡ ਦਾ ਸੇਮ ਈਰਾ, ਇਸੇ ਹੀ ਟਾਈਮ ਦੇ ਵਿੱਚ ਜਦੋਂ ਇਹ ਗੱਲਾਂ ਚੱਲਦੀਆਂ ਪਈਆਂ ਸੀ ਮਹਾਰਿਸ਼ੀ ਕਨਾਡ ਦੀਆਂ, ਹੋਰ ਫਿਲੋਸਫਰਸ ਦੀਆਂ, ਮੈਟਰ ਦੇ ਬਾਰੇ, ਪਰਮਾਣੂ ਨੂੰ ਲੈ ਕੇ, ਉਦੋਂ ਹੀ ਇੰਡੀਆ ਨੂੰ ਛੱਡ ਕੇ ਏਂਸ਼ੀਅੰਟ ਗ੍ਰੀਕ ਫਿਲੋਸਫਰਸ ਡੈਮੋਕ੍ਰਿਟਸ ਐਂਡ ਲੀਕੀਪਸ suggested that if we go on dividing matter a stage will come when particles obtained cannot be divided further। ਇਹਨਾਂ ਨੇ ਵੀ ਸੇਮ ਗੱਲਾਂ ਆਪਦੇ ਦੇਸ਼ ਦੇ ਵਿੱਚ ਕੀਤੀਆਂ, ਗ੍ਰੀਕ ਦੇ ਵਿੱਚ ਸੇਮ ਗੱਲਾਂ ਚੱਲੀਆਂ ਕਿ ਜਿਹੜਾ ਮੈਟਰ ਏ ਉਹਨੂੰ ਅੱਗੋਂ ਤੋੜਿਆ ਨਹੀਂ ਜਾ ਸਕਦਾ। ਡੈਮੋਕ੍ਰਿਟਸ ਕਾਲਡ these indivisible particles atoms meaning indivisible। ਉਹਨੇ ਇਹਨਾਂ ਪਾਰਟੀਕਲਸ ਨੂੰ ਜਿਨ੍ਹਾਂ ਨੂੰ ਅੱਗੋਂ ਤੋੜਿਆ ਨਹੀਂ ਜਾ ਸਕਦਾ ਸੀ, ਇਹਨਾਂ ਨੂੰ ਨਾਮ ਦੇ ਦਿੱਤਾ ਐਟਮਸ। ਇਨਡਿਵਿਜ਼ੀਬਲ ਦਾ ਮਤਲਬ ਅੱਗੋਂ ਡਿਵਾਈਡ ਨਾ ਹੋਣ ਵਾਲੇ। ਡਿਵਿਜ਼ੀਬਲ ਦਾ ਮਤਲਬ ਹੁੰਦਾ ਡਿਵਾਈਡ ਹੋਣ ਵਾਲੇ, ਇਨਡਿਵਿਜ਼ੀਬਲ ਮਤਲਬ ਅੱਗੋਂ ਡਿਵਾਈਡ ਨਾ ਹੋਣ ਵਾਲੇ। All this was based on philosophical considerations and not much experimental work to validate these ideas could be done till the 18th century। ਕਹਿੰਦਾ 18th century ਤੋਂ ਪਹਿਲਾਂ ਜਿਹੜੀਆਂ ਗੱਲਾਂ ਮੈਟਰ ਬਾਰੇ, ਪਰਮਾਣੂ ਬਾਰੇ, ਐਟਮ ਬਾਰੇ ਕੀਤੀਆਂ, ਇਹਨਾਂ ਦਾ ਕੋਈ ਵੀ ਐਕਸਪੈਰੀਮੈਂਟ ਨਹੀਂ ਸੀਗਾ। ਇਹਨਾਂ ਦੀ ਕੋਈ ਵੀ ਐਵੇਂ ਦੀ ਚੀਜ਼ ਨਹੀਂ ਸੀ ਕਿ ਆਪਾਂ ਵਿਖਾ ਸਕੀਏ ਵੀ ਹਾਂ ਇਹਨੂੰ ਹੋਰ ਅੱਗੇ ਤੋੜਿਆ ਨਹੀਂ ਜਾ ਸਕਦਾ। ਪਰ 18th ਸੈਂਚਰੀ ਤੋਂ ਬਾਅਦ
By the end of the 18th century, scientists recognized the difference between elements and compounds. ਕਹਿੰਦਾ 18ਵੀਂ ਸਦੀ ਦੇ 18th century ਦੇ ਖਤਮ ਹੁੰਦੇ ਹੁੰਦੇ ਸਾਇੰਟਿਸਟ ਨੂੰ ਇੰਨੀ ਗੱਲ ਸਮਝ ਆ ਗਈ ਕਿ ਐਲੀਮੈਂਟਸ ਕੀ ਹੁੰਦੇ ਨੇ ਤੇ ਕੰਪਾਊਂਡਸ ਕੀ ਹੁੰਦੇ ਨੇ, and naturally become interested in finding out how and why elements combine and what happens when they combine. ਆਪ ਐਲੀਮੈਂਟਸ ਤੇ ਮੈਟਰ ਬਾਰੇ ਕੰਪਾਊਂਡਸ ਬਾਰੇ ਪੜ੍ਹ ਚੁੱਕੇ ਆ, ਤਾਂ ਉਹ ਕਹਿੰਦਾ ਐਲੀਮੈਂਟਸ ਕਿਵੇਂ ਕੰਬਾਈਨ ਕਰਦੇ ਨੇ, ਕਿਵੇਂ ਉਹ ਮਿਲੇ ਹੋਏ ਨੇ, ਕਿਵੇਂ ਉਹ ਬਣਦੇ ਨੇ, ਇਹਨਾਂ ਸਾਰਿਆਂ ਬਾਰੇ ਗੱਲਾਂ ਤੇ ਉਹਨਾਂ ਨੂੰ ਇੰਟਰਸਟ ਆਣ। Anton L. Lavoisier laid the foundation of chemical sciences by establishing two important laws of chemical combination. ਇਹਦਾ ਨਾਮ ਨਹੀਂ ਭੁੱਲਣਾ ਤੁਸੀਂ, ਇਸ ਬੰਦੇ ਨੇ ਕੈਮੀਕਲ ਸਾਇੰਸਿਸ ਦੇ ਵਿੱਚ ਦੋ ਇੰਪੋਰਟੈਂਟ ਲਾਅ ਦਿੱਤੇ ਨੇ ਜਿਹੜੇ ਬੜੇ ਹੀ ਅੱਗੋਂ ਕੰਮ ਆਏ, ਜਿਨ੍ਹਾਂ ਤੋਂ ਅੱਗੋਂ ਸਾਰੀਆਂ ਥਿਊਰੀਜ਼ ਚੱਲੀਆਂ, ਜਿਨ੍ਹਾਂ ਤੋਂ ਐਟਮਸ ਬਾਰੇ ਆਪਾਂ ਨੂੰ ਪੜ੍ਹਨ ਨੂੰ ਮਿਲਿਆ। ਐਟਮ ਹੁੰਦਾ ਕੀ ਹੈ, ਐਟਮ ਨੂੰ ਕਿੱਦਾਂ ਇਹਦੇ ਵਿੱਚ ਕੀ ਅੱਗੋਂ ਇਹਨੂੰ ਤੋੜ ਸਕਦੇ ਆ ਕਿ ਨਹੀਂ, ਇਹਦੀਆਂ ਇਹ ਗੱਲਾਂ ਕਰਨ ਤੋਂ ਬਾਅਦ ਹੋਰ ਸਾਇੰਟਿਸਟ ਇੰਟਰਸਟ 'ਚ ਆ ਗਏ, ਉਹਨਾਂ ਨੇ ਹੋਰ ਜ਼ਿਆਦਾ ਡਿਸਕਵਰੀਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿੰਦੇ ਤੋਂ ਸਾਰਾ ਆਪਾਂ ਨੂੰ ਐਟਮ ਦਾ ਮੈਟਰ ਬਣਿਆ ਕਾਹਦਾ ਹੈ, ਐਟਮ ਹੈ ਤਾਂ ਐਟਮ ਕਾਹਦਾ ਬਣਿਆ, ਕੀ ਐਟਮ ਹੋਰ ਟੁੱਟ ਸਕਦਾ ਕਿ ਨਹੀਂ, ਸਾਰੇ ਸਾਇੰਟਿਸਟ ਦਾ ਇੰਟਰਸਟ ਇੱਧਰ ਹੋ ਗਿਆ। ਠੀਕ ਹੈ, ਪੜ੍ਹਦੇ ਆ ਇਹਨਾਂ ਨੇ ਕਿਹੜੇ ਦੋ ਲੋਸ ਦਿੱਤੇ ਸੀ। ਸਭ ਤੋਂ ਪਹਿਲਾਂ ਲੋਸ ਆਫ ਕੈਮੀਕਲ ਕੰਬੀਨੇਸ਼ਨ ਕਹਿੰਦੇ ਨੇ ਇਹਨਾਂ ਨੂੰ, ਜਿਹੜੇ ਲੋ ਇਹਨੇ ਦਿੱਤੇ ਨੇ। The following two laws of chemical combination were established after much experimentation by Lavoisier and Proust. Proust ਤੇ Lavoisier ਨੇ ਐਕਸਪੈਰੀਮੈਂਟ ਕਰਨ ਤੋਂ ਬਾਅਦ ਇਹ ਜਿਹੜੇ ਨੇ ਦੋ ਲੋਸ ਦਿੱਤੇ ਨੇ, ਕਿਹੜੇ ਕੈਮੀਕਲ ਕੰਬੀਨੇਸ਼ਨ ਦੇ ਲੋਸ ਕਿਹਾ ਜਾਂਦਾ ਇਹਨਾਂ ਨੂੰ। ਲੋ ਆਫ ਕੰਜ਼ਰਵੇਸ਼ਨ ਆਫ ਮਾਸ ਸਭ ਤੋਂ ਪਹਿਲਾਂ ਦਿੱਤਾ ਹੈ, ਲੋ ਆਫ ਕੰਜ਼ਰਵੇਸ਼ਨ ਆਫ ਮਾਸ। ਕੰਜ਼ਰਵੇਸ਼ਨ ਦਾ ਮਤਲਬ ਬਚਾਣਾ, ਬਚ ਕੇ ਰਹਿਣਾ, ਹਨਾ। ਮਾਸ ਦਾ ਮਤਲਬ ਤੁਹਾਨੂੰ ਪਤਾ ਹੈ ਭਾਰ ਕਿਸੇ ਚੀਜ਼ ਦਾ, ਕਿਸੇ ਚੀਜ਼ ਦਾ ਮਾਸ ਹੈ ਜਿਹੜਾ ਉਹ ਕੀ ਰਹੇਗਾ, ਕੰਜ਼ਰਵ। ਇੰਨੀ ਕੁ ਗੱਲ ਸਮਝ ਆਉਂਦੀ ਵੀ ਹੈ ਵੀ ਇਹਦੇ ਵਿੱਚ ਇਹ is there a change in mass when chemical change take place। ਕਹਿੰਦਾ ਕੋਈ ਕੈਮੀਕਲ ਰਿਐਕਸ਼ਨ ਹੁੰਦੀ ਪਈ ਹੈ, ਮੰਨ ਲਓ ਕੋਈ A B ਨਾਲ ਮਿਲਦਾ ਪਿਆ ਹੈ, ਮਿਲ ਕੇ ਕੋਈ C ਤੇ D ਬਣਾਉਂਦਾ ਪਿਆ ਹੈ, ਤਾਂ ਕਹਿੰਦਾ ਕਿ ਜਿੰਨਾ ਮਾਸ, ਮੰਨ ਲਓ ਇਹਦਾ 5 ਗ੍ਰਾਮ ਸੀਗਾ ਮਾਸ ਤੇ ਇਹਦਾ 10 ਗ੍ਰਾਮ ਸੀ, ਕੀ ਇਹਨਾਂ ਦੀ ਰਿਐਕਸ਼ਨ ਹੋਣ ਤੋਂ ਬਾਅਦ ਜਿਹੜੇ ਕੀ ਪ੍ਰੋਡਕਟ ਬਣੇ ਨੇ ਇਹਨਾਂ ਦਾ ਮਾਸ ਤੇ ਕੋਈ ਫਰਕ ਪਏਗਾ ਕਿ ਨਹੀਂ ਪਏਗਾ। ਇਹ ਵਾਲਾ ਆਪਾਂ ਨੂੰ ਲੋ ਦੱਸਦਾ ਹੈ, ਤਾਂ ਦੇਖਦੇ ਹਾਂ ਪਏਗਾ ਕਿ ਨਹੀਂ ਪਏਗਾ। ਠੀਕ ਹੈ, ਇਹ ਕੁਐਸਚਨ ਆਪਾਂ 1 ਕਹਿ ਦਿੰਦੇ, ਇਹਨੂੰ ਆਪਾਂ ਹੁਣੇ ਦੇਖਾਂਗੇ। ਐਕਟੀਵਿਟੀ ਦੇਖਦੇ ਆ। ਟੇਕ ਵਨ ਆਫ ਦਾ ਫੋਲੋਇੰਗ ਸੈਟ X ਐਂਡ Y ਆਫ ਕੈਮੀਕਲਸ। ਕਹਿੰਦਾ ਇਹਨਾਂ ਤਿੰਨਾਂ ਚੋਂ ਕੁਝ ਮਰਜ਼ੀ ਲੈ ਲਓ। ਚਲੋ ਆਪਾਂ ਫਸਟ ਵਾਲਾ ਲੈ ਲੈਂਦੇ ਹਾਂ, ਕਾਰਬਨ ਸਲਫੇਟ ਲੈ ਲੈਂਦੇ ਹਾਂ, ਕੋਪਰ ਸਲਫੇਟ ਲੈ ਲੈਂਦੇ ਹਾਂ ਸੋਰੀ, ਤੇ ਸੋਡੀਅਮ ਕਾਰਬੋਨੇਟ ਲੈ ਲੈਂਦੇ ਹਾਂ। ਠੀਕ ਹੈ, prepare separately a 5% solution of any one pair of substance listed under X and Y in water। ਆਪਾਂ ਕੋਪਰ ਸਲਫੇਟ ਦਾ ਸੋਲੂਸ਼ਨ ਬਣਾ ਲਾਂਗੇ ਤੇ ਸੋਡੀਅਮ ਕਾਰਬੋਨੇਟ ਦਾ, ਇਹਨੂੰ ਮੈਂ CS ਨਾਲ ਪਾ ਦਿੰਦਾ, ਇਹਨੂੰ ਮੈਂ SC ਨਾਲ ਪਾ ਦਿੰਦਾ। ਠੀਕ ਹੈ, ਇਹਨਾਂ ਦੋਨਾਂ ਦਾ ਆਪਾਂ ਸੋਲੂਸ਼ਨ ਬਣਾ ਲਿਆ। ਟੇਕ a little amount of solution Y in a conical flask and some solution of X in ignition tube। ਆ ਜਿਹੜਾ ਕੋਨੀਕਲ ਫਲਾਸਕ ਹੈ ਇਹਦੇ ਵਿੱਚ ਮੈਂ ਲੈ ਲਿਆ Y, ਜਿਹੜਾ ਆਪਾਂ ਲਿੱਤਾ ਹੈ ਸੋਡੀਅਮ ਕਾਰਬੋਨੇਟ, ਤੇ ਆ ਜਿਹੜੀ ਟਿਊਬ ਹੈ ਇਹਦੇ ਚ ਮੈਂ ਲੈ ਲਿਆ X, ਯਾਨੀ ਕਿ ਕੋਪਰ ਸਲਫੇਟ। ਠੀਕ ਹੈ, hang the ignition tube in the flask carefully, see that the solution do not get mixed, put a cork on the flask। ਕਹਿੰਦਾ ਜਿਹੜਾ X ਵਾਲਾ ਲਿੱਤਾ ਉਹਨੂੰ ਤੁਸੀਂ ਇਸ ਟਿਊਬ ਦੇ ਵਿੱਚ ਪਾ ਕੇ ਏਦਾਂ ਲਟਕਾਣਾ ਕਿ ਇਹਦੇ ਨਾਲ ਜਿਹੜਾ ਮਿਕਸ ਨਾ ਹੋਏ। ਚਲੋ ਲਟਕਾ ਦਿੱਤਾ, ਉੱਤੋਂ ਇੱਕ ਆਪਾਂ ਢੱਕਣ ਲਗਾ ਦਿੱਤਾ, ਕੋਕ ਲਗਾ ਦਿੱਤਾ ਉੱਤੋਂ ਆਪਾਂ ਇੱਕ। ਅੱਗੋਂ ਦੇਖਦੇ ਹਾਂ। weigh the flask with its contents carefully। ਕਹਿੰਦਾ ਇਹਦਾ ਭਾਰ ਕਰੋ। ਆਪਾਂ ਲਟਕਾਉਣ ਤੋਂ ਪਹਿਲਾਂ ਲਟਕਾ ਦਿੱਤਾ, ਹੁਣ ਇਹਦਾ ਭਾਰ ਕਰ ਲਓ, ਮਾਸ ਕਰ ਲਓ ਕਿੰਨਾ, ਜਦੋਂ ਜਸਟ ਆਹ ਵਾਲਾ ਕੇਸ ਲਟਕਿਆ ਹੋਇਆ ਅੰਦਰ। ਠੀਕ ਹੈ, now tilt and swirl the flask so that the solution X and Y get mixed। ਕਹਿੰਦਾ ਹੁਣ ਕੀ ਕਰੋ, ਇਹਨੂੰ ਹਿਲਾ ਦਿਓ ਤਾਂ ਕਿ ਆਹ ਵਾਲਾ ਜਿਹੜਾ ਜਿਹਨੂੰ ਮੈਂ ਰੈੱਡ ਕਲਰ ਕਰਨ ਲੱਗਿਆ, ਇਹ ਵਾਲਾ ਮਿਕਸ ਹੋ ਜਾਏ ਕਿੰਦੇ 'ਚ ਜਾ ਕੇ, ਆਹ ਵਾਲੇ ਕਲਰ 'ਚ। ਠੀਕ ਹੈ, ਚਲੋ ਕਰ ਦਿੱਤਾ। ਵੇ ਅਗੇਨ, ਦੁਬਾਰਾ ਵੇਟ ਕਰੋ। what happens in the reaction flask।
ਕੀ ਹੋਏਗਾ ਰਿਐਕਸ਼ਨ ਫਲਾਸਕ ਦੇ ਵਿੱਚ, ਇਸ ਫਲਾਸਕ ਦੇ ਵਿੱਚ ਕਿਹੜਾ ਰਿਐਕਸ਼ਨ ਹੋਏਗਾ। Why should we put a cork on the mouth of the flask? ਆਪਾਂ ਉੱਤੇ ਢੱਕਣ ਕਿਉਂ ਲਗਾਇਆ। Does the mass of the flask and its content changes? ਕੀ ਮਾਸ ਦੇ ਵਿੱਚ ਫਰਕ ਪਿਆ। Law of conservation of mass state that mass can neither be created nor be destroyed in a chemical reaction। ਤਾਂ ਇਹ ਕਹਿੰਦਾ ਭਾਈ ਸਾਹਿਬ ਜਦੋਂ ਤੁਸੀਂ ਜਦੋਂ ਹਿਲਾਇਆ ਨਹੀਂ ਸੀਗਾ, ਜਦੋਂ ਕੁਐਸਚਨ ਨੰਬਰ ਫਸਟ ਜਿਹੜਾ ਪੁੱਛਿਆ, ਜਦੋਂ ਵੇਟ ਕੀਤਾ ਤਾਂ ਮੰਨ ਲਓ ਵੇਟ ਆਇਆ 50, ਉਸ ਤੋਂ ਬਾਅਦ ਤੁਸੀਂ ਹਿਲਾ ਦਿੱਤਾ, ਜਦੋਂ ਇਹਨੂੰ ਇਹਦੇ ਵਿੱਚ ਮਿਕਸ ਕਰ ਦਿੱਤਾ, ਫਿਰ ਇਸ ਪੂਰੀ ਦੀ ਪੂਰੀ ਫਲਾਸਕ ਦਾ ਤੁਸੀਂ ਵੇਟ ਕੀਤਾ ਤਾਂ ਫਿਰ ਵੀ ਕਿੰਨਾ ਵੇਟ ਆਇਆ 50। ਤਾਂ ਇੱਥੋਂ ਇਹ ਪਤਾ ਲੱਗਦਾ ਹੈ ਕਿ ਕੈਮੀਕਲ ਰਿਐਕਸ਼ਨ ਜਦੋਂ ਵੀ ਹੁੰਦੀ ਹੈ ਤਾਂ ਜਿਹੜੇ ਉਹਦੇ ਪ੍ਰੋਡਕਟ ਹੁੰਦੇ ਨੇ ਤੇ ਜਿਹੜੇ ਰਿਐਕਟੈਂਟਸ ਹੁੰਦੇ ਨੇ ਉਹਨਾਂ ਦਾ ਮਾਸ ਕੀ ਹੈ ਸੇਮ ਰਹਿੰਦਾ ਹੈ। ਤਾਂ ਮਤਲਬ ਜਦੋਂ A ਤੇ B ਕੋਈ ਆਪਾਂ ਲਵਾਂਗੇ, ਜੇ A 5 ਹੈ ਤੇ B 10 ਹੈ ਤਾਂ ਇਹਨਾਂ ਦੋਨਾਂ ਦਾ ਜਿਹੜਾ ਜੋੜ ਆਏਗਾ, ਇਹਨਾਂ ਦੋਨਾਂ ਦੇ ਮਾਸ ਦਾ ਜਿਹੜਾ ਸਮ ਆਏਗਾ ਉਹ ਕਿੰਨਾ ਆਏਗਾ ਹਮੇਸ਼ਾ 10 ਗ੍ਰਾਮ ਪਲੱਸ 5 ਗ੍ਰਾਮ ਵਿਚ ਇਜ਼ 15 ਗ੍ਰਾਮ। ਠੀਕ ਹੈ, ਹੁਣ ਇਹਦਾ 8 ਵੀ ਹੋ ਸਕਦਾ, ਇਹਦਾ 7 ਵੀ ਹੋ ਸਕਦਾ, ਇਹਦਾ 6 ਵੀ ਹੋ ਸਕਦਾ ਤੇ ਇਹਦਾ 9 ਵੀ ਹੋ ਸਕਦਾ। ਹੁਣ ਪਤਾ ਨਹੀਂ ਕਿੰਨਾ ਕਿੰਨਾ ਆਏਗਾ, ਡਿਪੈਂਡ ਕਰਦਾ ਹੈ ਹਨਾ। ਹਾਂ, 에ਅਰ ਦੀ ਫਾਰਮ ਦੇ ਵਿੱਚ ਜਾਂ ਫਿਰ ਵੇਪਰ ਬਣ ਕੇ ਕਈ ਰਿਐਕਸ਼ਨਸ ਦੇ ਵਿੱਚ ਕੁਝ ਕੁ ਚੀਜ਼ਾਂ ਉੱਡ ਜਾਂਦੀਆਂ ਨੇ ਹਨਾ, ਤਾਂ ਉਹ ਵੀ ਚੀਜ਼ਾਂ ਦਾ ਮਾਸ ਆਪਾਂ ਕੰਸੀਡਰ ਕਰਨਾ ਹੈ ਵਿੱਚ ਇਹਦੇ। ਠੀਕ ਹੈ, ਅੱਗੋਂ ਦੱਸਦੇ ਹਾਂ ਉਹਨੇ ਕੀ ਪੁੱਛਿਆ। ਕਹਿੰਦਾ ਆਪਾਂ ਇੱਥੇ ਬਣਾ ਲੈਂਦੇ ਹਾਂ ਫਲਾਸਕ ਸੋਹਣੀ ਜੀ ਬਣ ਗਈ ਆ ਉੱਤੇ ਲਾਤਾ ਆਪਾਂ ਕੋਰਕ। ਠੀਕ ਹੈ, ਆ ਲਾਤਾ ਆਪਾਂ ਕੋਰਕ ਬਲੈਕ ਕਲਰ ਦਾ। ਠੀਕ ਹੈ, ਹੁਣ ਵੇਦ ਆਪਾਂ ਮਾਸ ਕੀਤਾ ਪਹਿਲਾਂ ਤੇ ਮਾਸ ਕੀਤਾ ਬਾਅਦ ਚੋਂ, ਮਾਸ ਪਹਿਲਾਂ ਵਾਲੇ ਨੂੰ MP ਲਿਖਤਾ ਤੇ ਮਾਸ ਬਾਅਦ ਚ ਵਾਲੇ ਨੂੰ M। ਜੇ ਇਹ 50 ਹੋਏਗਾ ਤਾਂ ਬਾਅਦ ਵਾਲਾ ਮਾਸ ਕਿੰਨਾ ਆਏਗਾ ਫਲਾਸਕ ਦਾ, ਉਹ ਵੀ 50 ਹੀ ਆਏਗਾ, ਕਿਉਂਕਿ law of conservation of mass ਕਹਿੰਦਾ ਹੈ ਕਿ mass can neither be created nor be destroyed in a chemical reaction। ਮਾਸ ਨਾ ਤਾਂ ਕ੍ਰੀਏਟ ਹੋ ਸਕਦਾ ਹੈ ਨਾ ਹੀ ਖਤਮ ਹੋ ਸਕਦਾ ਹੈ ਕਿਸੇ ਵੀ ਰਿਐਕਸ਼ਨ ਦੇ ਵਿੱਚ। What happens in the reaction flask? reaction flask ਕੀ ਹੋਏਗਾ, reaction flask ਦੇ ਵਿੱਚ ਜਦੋਂ ਆਪਾਂ X ਤੇ Y ਨੂੰ ਮਿਕਸ ਕਰਾਂਗੇ ਤਾਂ ਇੱਕ ਰਿਐਕਸ਼ਨ ਹੋ ਜਾਏਗੀ, ਇੱਕ ਨਵੀਂ ਚੀਜ਼ ਬਣ ਜਾਏਗੀ। Do you think that a chemical reaction has taken place? Yes, ਆਪਾਂ ਨੂੰ ਪਤਾ ਲੱਗੇਗਾ ਕਿ ਸੱਚੀ ਦੇ ਵਿੱਚ ਇੱਕ ਕੈਮੀਕਲ ਰਿਐਕਸ਼ਨ ਹੋਈ ਹੈ। Why should we put a cork on the mouth of the flask? ਇਹਦੇ ਉੱਤੇ ਕੋਕ ਹੀ ਕਿਉਂ ਲਗਾਇਆ ਗਿਆ, ਤਾਂ ਕਿ ਇਹ ਨਾ ਹੋਏ ਕਿ X ਤੇ Y ਮਿਲਣ, ਉਹ C ਤੇ D ਬਣਾਉਣ, ਜਿੰਦੇ ਵਿੱਚੋਂ D ਗੈਸ ਹੋਏ ਕੋਈ, ਤਾਂ ਗੈਸ ਉੱਪਰੋਂ ਨਿਕਲ ਜੇਗੀ ਬਾਹਰ, ਤਾਂ ਫਿਰ ਜੇ ਆਪਾਂ ਵੇਟ ਕਰਦੇ ਤਾਂ ਕੀ ਵੇਟ ਸੇਮ ਆਣਾ ਸੀ, ਨਹੀਂ ਵੇਟ ਸੇਮ ਆਣਾ ਹੀ ਨਹੀਂ ਸੀਗਾ। ਜੇ ਗੈਸ ਇਹਦੇ ਵਿੱਚੋਂ ਬਾਹਰ ਨਿਕਲ ਗਈ, ਅੰਦਰ ਤਾਂ C ਇਕੱਲਾ ਰਹਿ ਗਿਆ, X ਤੇ Y ਮਿਲ ਕੇ ਕੀ ਰਹਿ ਗਏ C, X ਤੇ Y ਮਿਲ ਕੇ ਕੀ ਰਹਿ ਗਏ C, ਕਿਉਂਕਿ D ਤਾਂ ਗੈਸ ਦੀ ਫਾਰਮ ਚ ਬਾਹਰ ਉੱਡ ਜਾਣੀ ਸੀ। ਜੇ ਕੋਕ ਨਾ ਲੱਗਿਆ ਹੁੰਦਾ, ਢੱਕਣ ਨਾ ਲੱਗਿਆ ਹੁੰਦਾ ਤਾਂ ਬਾਹਰ ਉੱਡ ਜਾਣੀ ਸੀ, ਤਾਂ ਕਰਕੇ ਆਪਾਂ ਉੱਤੇ ਕੀ ਲਗਾਇਆ ਕੋਕ। Does the mass of the flask and its content changes? ਫਲਾਸਕ ਦਾ ਮਾਸ ਤੇ ਕੰਟੈਂਟ ਦਾ ਮਾਸ ਜਿਹੜਾ ਕਿ ਬਾਅਦ ਚੋਂ ਬਣਿਆ ਕੀ ਚੇਂਜ ਹੋਇਆ, ਨਹੀਂ ਸੇਮ ਹੀ ਰਿਹਾ, ਜਿੰਨਾ ਪਹਿਲਾਂ ਸੀ ਓਨਾ ਹੀ ਬਾਅਦ ਚੋਂ ਰਿਹਾ। ਤਾਂ ਇੱਕ ਕੈਮੀਕਲ ਰਿਐਕਸ਼ਨ ਜਦੋਂ ਵੀ ਹੁੰਦੀ ਹੈ ਤਾਂ ਮਾਸ ਚੇਂਜ ਨਹੀਂ ਹੁੰਦਾ, ਜਿੰਨਾ ਮਾਸ ਪਹਿਲਾਂ ਸੀ ਓਨਾ ਹੀ ਮਾਸ ਬਾਅਦ ਚੋਂ। law of constant proportion, chemical combination ਦਾ ਸੈਕਿੰਡ law of constant proportions। constant ਦਾ ਮਤਲਬ ਕਿਸੇ ਨੂੰ ਨਹੀਂ ਪਤਾ ਤਾਂ ਤੁਸੀਂ ਮੈਥ ਦੇ ਵਿੱਚ ਪੜ੍ਹਦੇ ਹੋ, ਇਹੋ ਜੀ ਕੁਆਂਟੀਟੀ ਜਿਹੜੀ ਚੇਂਜ ਨਹੀਂ ਹੁੰਦੀ, ਜਿਵੇਂ 7 ਇਹਨੇ 7 ਹੀ ਰਹਿਣਾ, ਇਹਨੇ 8 ਨਹੀਂ ਬਣ ਜਾਣਾ ਵੱਡਾ ਹੋ ਕੇ 6। ਕਿਸੇ ਚੀਜ਼ ਦਾ ਜੇ ਮਾਸ 6 ਹੈ, ਮੰਨ ਲਓ ਕਿਸੇ ਚੀਜ਼ ਦਾ ਮਾਸ 6 kg ਹੈ ਤਾਂ ਇਹਨੇ 6 kg ਹੀ ਰਹਿਣਾ। ਚਲ ਮੰਨ ਲੈਂਦੇ ਆ ਤੁਹਾਡੇ 8th ਦੇ ਵਿੱਚ ਅਗਰ 92% ਆਏ ਨੇ ਤਾਂ ਉਹਨਾਂ ਨੇ 92 ਹੀ ਰਹਿਣਾ, ਇਹ ਕਨਸਟੈਂਟ ਹੋ ਗਏ ਨੇ ਹੁਣ ਸਾਰੀ ਲਾਈਫ ਵਾਸਤੇ ਤੁਹਾਡੇ, ਇਹ ਇੰਨੇ ਹੀ ਰਹਿਣੇ ਨੇ, ਚੇਂਜ ਨਹੀਂ ਹੋ ਸਕਦੇ ਜਿੰਨੀ ਦੇਰ ਤੁਸੀਂ 8ਵੀਂ ਦੁਬਾਰਾ ਨਹੀਂ ਕਰਦੇ, ਤੇ ਉਹ ਦੁਬਾਰਾ ਕੌਣ ਕਰੇਗਾ ਹਨਾ। 92 ਮਾਰਕਸ ਬਹੁਤ ਹੁੰਦੇ ਨੇ। ਪ੍ਰੋਪੋਰਸ਼ਨਸ ਪੜ੍ਹਦੇ ਆ। ਲੈਵੋਇਜ਼ਰ ਅਲੋਂਗ ਵਿਦ ਅਦਰ ਸਾਇੰਟਿਸਟ, ਇਹਨੇ ਬੰਦੇ ਨੇ ਹੋਰ ਸਾਇੰਟਿਸਟ ਦੀ ਮਦਦ ਦੇ ਨਾਲ ਨੋਟ ਕੀਤਾ that ਇਹਨੂੰ ਕੀ ਹੋ ਗਿਆ many compounds were composed of 2 or more elements and each such compound had the same elements in the same proportions irrespective of where the compound come from or who prepared it।
मैं पंजाबी च दसदा गल नूं फॉलो करिया जे वाटर दा फॉर्मूला सब नूं पता है H2O हुंदा कार्बन डाइऑक्साइड दा सब नूं पता है CO2 ਉਹ ਕਹਿੰਦਾ ਪਾਣੀ ਭਾਵੇਂ ਤੁਸੀਂ ਜਿਹੜਾ H2O ਲਿੱਤਾ ਹੈ ਇਹ ਭਾਵੇਂ ਕੈਨੇਡਾ ਤੋਂ ਲੈ ਲਓ ਜਾ ਕੇ ਪਟਿਆਲੇ ਤੋਂ ਲੈ ਲਓ ਪਾਕਿਸਤਾਨ ਤੋਂ ਲੈ ਲਓ ਇਹਦਾ ਫਾਰਮੂਲਾ ਹਮੇਸ਼ਾ H2O ਹੀ ਰਹਿਣਾ ਹੈ ਮਤਲਬ 2H ਤੇ 1 ਆਕਸੀਜਨ ਮਿਲ ਕੇ ਹੀ ਪਾਣੀ ਬਣਾਉਣਗੇ 2H ਚਾਹੀਦੀਆਂ ਨੇ ਤੇ 1 ਆਕਸੀਜਨ ਚਾਹੀਦੀ ਹੈ ਪਾਣੀ ਬਣਾਉਣ ਲਈ ਕਾਰਬਨ ਡਾਈਆਕਸਾਈਡ ਤੁਸੀਂ ਭਾਵੇਂ ਇੱਥੇ ਲੈ ਲਓ ਕਾਰਬਨ ਡਾਈਆਕਸਾਈਡ ਜਿੱਥੇ ਬੈਠੇ ਹੋ ਜਿਹੜੇ ਰੂਮ 'ਚ ਬੈਠੇ ਹੋ ਭਾਵੇਂ ਤੁਸੀਂ ਆਦੇ ਸਕੂਲ ਚਲੇ ਜਾਓ ਭਾਵੇਂ ਤੁਸੀਂ ਚਲੇ ਜਾਓ ਕਿੱਥੇ ਜਾਓਗੇ anywhere you want to go ਗੋਆ ਚਲੇ ਜਾਓ ਜਿੱਥੇ ਮਰਜ਼ੀ ਘੁੰਮਣ ਜੈਪੁਰ ਚਲੇ ਜਾਓ ਜਿੱਥੇ ਘੁੰਮਣ ਜਾਣਾ ਚਾਹੁੰਦੇ ਜਾਓ ਕਾਰਬਨ ਡਾਈਆਕਸਾਈਡ ਹਮੇਸ਼ਾ ਇੱਕ ਕਾਰਬਨ ਤੇ 2 ਆਕਸੀਜਨ ਤੋਂ ਮਿਲ ਕੇ ਹੀ ਬਣੇਗੀ ਇਹਨਾਂ ਨੇ ਇਹੀ ਵੇਖਿਆ ਕਹਿੰਦੇ ਹਮੇਸ਼ਾ ਸੇਮ ਪ੍ਰੋਪੋਰਸ਼ਨ ਦਾ ਮਤਲਬ ਇੱਕੋ ਜਿੰਨਾ ਠੀਕ ਹੈ ਹੈਨਾ ਇੱਕੋ ਜਿੰਨੀ ਮਾਤਰਾ ਸੇਮ ਪ੍ਰੋਪੋਰਸ਼ਨ ਦਾ ਮਤਲਬ ਇੱਕੋ ਜਿੰਨੀ ਮਾਤਰਾ irrespective of where compound came from or who prepared it ਜਿੱਥੋਂ ਮਰਜ਼ੀ ਉਹ ਬਣਿਆ ਪਾਣੀ ਜਿੱਥੋਂ ਮਰਜ਼ੀ ਉਹਨੇ ਬਣਾਇਆ ਗਿਆ ਜਿੰਨੇ ਮਰਜ਼ੀ ਬਣਾਇਆ ਉਹਦਾ ਫਾਰਮੂਲਾ ਉਹੀ ਰਹਿਣਾ ਹੈ ਅੱਛਾ in a compound such as water the ratio of the mass of hydrogen to the mass of oxygen is always 1:8 ਆਪਾਂ ਉਹ ਯਾਦ ਕੀਤਾ ਹੋਇਆ ਹੈ ਮਾਸ ਨੰਬਰ ਹੈ ਨਾ ਇਰੇਜ਼ ਹੋ ਜਾ ਹੈ ਨਾ ਮਾਸ ਨੰਬਰ ਮਾਸ ਹਾਈਡਰੋਜਨ ਦਾ ਆਪਾਂ ਲੈ ਕੇ ਚੱਲਦੇ ਹਾਂ 1 ਆਕਸੀਜਨ ਦਾ ਲੈ ਕੇ ਚੱਲਦੇ ਹਾਂ ਆਪਾਂ 60 ਹੁਣ ਵਾਟਰ ਦੇ ਵਿੱਚ H2O ਦੇ ਵਿੱਚ 2 ਹਾਈਡਰੋਜਨ ਨੇ ਤਾਂ 2 ਹਾਈਡਰੋਜਨ ਦਾ ਮਾਸ ਹੋ ਗਿਆ 2 ਆਕਸੀਜਨ 1 ਹੈ ਤਾਂ 1 ਦਾ ਮਾਸ ਹੋ ਗਿਆ 16 ਤਾਂ 2:16 ਕਰਾਂਗੇ ਤਾਂ ਆ ਜਾਏਗਾ 1:8 2 ਦੇ ਟੇਬਲ ਤੇ ਮੈਂ ਕੱਟ ਕਰ ਦਾਂ ਉਹ ਕਹਿੰਦੇ ਜਦੋਂ ਮਰਜ਼ੀ ਚੱਕ ਲਿਆ ਜੇ ਹੱਸਦੇ ਹੀ ਰਹਿੰਦੇ ਆ ਉਹ ਸੌਂਗ ਹੈਗਾ ਹਨਾ ਜਦ ਮਰਜ਼ੀ ਵੇਖ ਲਈ ਹੱਸਦੇ ਹੀ ਰਹਿੰਦੇ ਆ ਉਵੇਂ ਜਦ ਮਰਜ਼ੀ ਵੇਖ ਲਿਆ ਜੇ ਇਹਨਾਂ ਦੀ ਜਿਹੜੀ ਰੇਸ਼ੀਓ ਹੈ 1:8 ਹੀ ਆਏਗਾ ਇਹਨਾਂ ਦੇ ਮਾਸ ਦਾ ਪ੍ਰਪੋਰਸ਼ਨ ਮਾਸ ਦੀ ਰੇਸ਼ੀਓ ਮੈਥ ਵਿੱਚ ਆਪਾਂ ਰੇਸ਼ੀਓ ਕਰਦੇ ਆ ਪ੍ਰਪੋਰਸ਼ਨ ਕਰਦੇ ਆ ਮਾਸ ਦਾ ਡਿਵਾਈਡ ਕੀ ਆਏਗਾ 1:8 ਠੀਕ ਹੈ whether the source of water whatever the source of water thus if 9 gram of water is decomposed अगर 9 ग्राम पानी decompose ਕੀਤਾ ਹੈ ਤਾਂ 1 gram of hydrogen and 8 gram of oxygen are always obtained similarly in ammonia and nitrogen and hydrogen are always present in the ratio 14:3 ammonia ਦਾ ਫਾਰਮੂਲਾ ਹੁੰਦਾ ਰਾਜੇ NH3 ਨਾਈਟ੍ਰੋਜਨ ਦਾ ਮਾਸ ਹੁੰਦਾ 14 ਹਾਈਡਰੋਜਨ ਦਾ ਮਾਸ 1 ਦਾ 1 ਹੈ 3 ਦਾ 3 ਹੋ ਗਿਆ 14:3 ਆ ਗਿਆ ਹਮੇਸ਼ਾ ਪ੍ਰਪੋਰਸ਼ਨ ਕਿੰਨਾ ਹੈ 14:3 ਬਾਈ ਮਾਸ whatever the method or the source from which it is obtained ਜੋ ਮਰਜ਼ੀ ਮੈਥਡ ਹੈ ਜਿੱਥੋਂ ਮਰਜ਼ੀ ਆਈ ਹੈ ਹਮੇਸ਼ਾ ਪ੍ਰਪੋਰਸ਼ਨ ਕੀ ਰਹਿਣੀ ਹੈ 14:3 This led to the law of constant proportion, which is also known as the law of definite proportion. Definite ਦਾ ਮਤਲਬ fixed proportion. This law was stated by Proust as in chemical substance the elements are always present in definite proportion by mass. Mass ਦੇ definite proportion ਦੇ ਵਿੱਚ ਹੀ ਰਹਿਣਗੇ. ਠੀਕ ਹੈ. Next problem faced by scientists was to give appropriate explanation of these laws. ਇਸ ਤੋਂ ਬਾਅਦ ਜਿਹੜੀ ਪ੍ਰੋਬਲਮ ਆਈ ਉਹ ਇਹ ਆਈ ਕਿ ਇਹਨਾਂ ਲੋਸ ਬਾਰੇ ਉਹਨਾਂ ਕੋਲੋਂ ਪ੍ਰੋਪਰ ਐਕਸਪਲੇਨੇਸ਼ਨ ਨਹੀਂ ਹੈਗੀ ਸੀ ਉਹਨਾਂ ਨੂੰ ਸਾਰਾ ਪਤਾ ਤਾਂ ਸੀਗਾ ਪਰ ਇੱਕ ਪ੍ਰੋਪਰ ਐਕਸਪਲੇਨੇਸ਼ਨ ਚਾਹੀਦੀ ਹੈ ਪ੍ਰੋਪਰ ਰਿਟਨ ਚਾਹੀਦਾ ਪ੍ਰੋਪਰ ਦੇ ਵਿੱਚ ਉਹਨਾਂ ਦੇ ਐਕਸਪੈਰੀਮੈਂਟਸ ਚਾਹੀਦੇ ਨੇ ਸਾਰਾ ਕੁਝ ਚਾਹੀਦਾ ਹੈ ਨਾ ਬ੍ਰਿਟਿਸ਼ ਕੈਮਿਸਟ ਆਇਆ ਜੋਹਨ ਡੈਲਟਨ ਐਵੇਂ ਲੱਗਦਾ ਫਿਲਮ ਚੱਲਦੀ ਪਈ ਹੈ ਮਹਾਰਿਸ਼ੀ ਕੰਨੜ ਆਇਆ ਕਤਿਆਮਾ ਆਏ ਜੀ ਉਸ ਤੋਂ ਬਾਅਦ ਉਹ ਆ ਗਏ ਗ੍ਰੀਕ ਵਾਲੇ ਆ ਗਏ ਡੈਮੋਕ੍ਰੇਟਿਸ ਆ ਗਿਆ ਹਨਾ ਫਿਰ ਉਸ ਤੋਂ ਬਾਅਦ ਇਹ ਆ ਗਏ ਆਪਣੇ ਹੁਣ ਜੋਹਨ ਡੈਲਟਨ ਆ ਗਿਆ ਹਨਾ ਇਹਦਾ ਤਾਂ ਨਾਮ ਵੀ ਅੰਗਰੇਜ਼ਾਂ ਵਾਲਾ ਜੋਹਨ ਡੈਲਟਨ ਆ ਗਿਆ ਬ੍ਰਿਟਿਸ਼ ਦਾ ਨਾਲੇ provided the basic theory about the nature of matter ਇਹਨਾਂ ਨੇ ਇੱਕ ਬੇਸਿਕ ਜੀ ਥਿਊਰੀ ਦੇ ਦਿੱਤੀ
किंदे बारे नेचर ऑफ मैटर बारे Dalton picked up the idea of divisibility of matter which was till then just a philosophy ਉਹਨਾਂ ਨੇ divisibility of matter ਜਿਹੜੀ ਇੱਕ ਸਿਰਫ ਫਿਲੋਸਫੀ ਸੀਗੀ ਟਿਲ ਜਿੰਦਾ ਕੋਈ ਵੀ ਉਹਦੇ ਤੇ ਵਰਕ ਨਹੀਂ ਕੀਤਾ ਗਿਆ ਸੀ ਜਿਹੜੀ ਇੱਕ ਗੱਲਾਂ 'ਚ ਹੀ ਗੱਲ ਹੈਗੀ ਸੀ ਜਿੰਦਾ ਐਕਸਪੈਰੀਮੈਂਟਸ ਨਹੀਂ ਹੈਗੇ ਸੀ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਹੀ ਟੁਕ ਦਾ ਨੇਮ ਐਟਮਸ ਉਹਨੇ ਪਰਮਾਣੂ ਦਾ ਨਾਮ ਜਿਹੜਾ ਇੰਡੀਆ 'ਚ ਪਰਮਾਣੂ ਉਹਨਾਂ ਨੇ ਚਲਾਇਆ ਸੀ ਉਹਦਾ ਐਟਮਸ ਨਾਮ ਹੀ ਚੱਕ ਲਿਆ ਜਿਹੜਾ ਡੈਮੋਕ੍ਰੇਟਿਸ ਨੇ ਦਿੱਤਾ ਸੀ as given by the Greeks and said the smallest particle of matter are atoms ਉਹਨੇ ਸਭ ਤੋਂ ਛੋਟਾ ਪਾਰਟੀਕਲ ਮੈਟਰ ਦਾ ਕੋਈ ਮੈਟਰ ਕਿੰਦਾ ਬਣਿਆ ਸਭ ਤੋਂ ਛੋਟਾ ਪਾਰਟੀਕਲ ਕੀ ਕਹਿ ਦਿੱਤਾ ਉਹਨੂੰ ਐਟਮ ਹੁਣ ਹੋ ਗਈ ਫਿਲਮ ਸ਼ੁਰੂ ਹੁਣ ਹੋਏਗੀ ਫਿਲਮ ਸ਼ੁਰੂ ਫਿਲਮ ਦਾ ਨਾਮ ਹੈ ਐਟਮਸ ਐਂਡ His theory was based on the laws of chemical combination ਜਿਹੜੇ ਆਪਾਂ ਹੁਣ ਦੋ ਲੋ ਪੜ੍ਹੇ ਨੇ ਇਹਦੇ ਉੱਤੇ ਬੇਸ ਇਹਦੀ ਥਿਊਰੀ ਸੀ Dalton's atomic theory provided an explanation for the law of conservation of mass and the law of definite proportion ਇਹਨੇ ਇਹਦਾ ਬਾਰੇ ਪ੍ਰੋਪਰ ਐਕਸਪਲੇਨੇਸ਼ਨ ਦਿੱਤੀ ਜੌਨ ਡਾਲਟਨ ਆ ਵੀਰਾ ਆਪਣਾ born in a poor weaver family in 1766 in England he began his career as a teacher at the age of 12 12 ਸਾਲ ਦੀ ਉਮਰ 'ਚ ਪੜ੍ਹਾਉਣ ਲੱਗ ਗਿਆ ਬਈ 7 year later he became a school principal oh 19 year ਦੀ ਏਜ ਦੇ ਵਿੱਚ ਪ੍ਰਿੰਸੀਪਲ ਸਰ ਬਣ ਗਏ in 1793 Dalton left for Manchester to teach mathematics ਫਿਰ ਇਹ ਚਲੇ ਗਏ ਕਿਤੇ ਹਨਾ physics and chemistry in a college he spent most of his life there teaching and researching in 1808 he presented his atomic theory which was a turning point of the study of matter ਇਹਨਾਂ ਨੇ ਇਹੀ ਉਹ ਬੰਦਾ ਹੈ ਜਿਨਨੇ ਮੈਟਰ ਦਾ ਪੜਨ ਦਾ ਰੁਖ ਹੀ ਮੋੜ ਦਿੱਤਾ ਉਹਦੀ ਕਹਾਣੀ ਸਾਰੀ ਚੇਂਜ ਕਰਕੇ ਰੱਖ ਦਿੱਤੀ ਐਟਮਸ ਬਾਰੇ ਜੇ ਇਹ ਗੱਲਾਂ ਨਾ ਸ਼ੁਰੂ ਕਰਦੇ ਤਾਂ ਹੋ ਸਕਦਾ ਆਪਾਂ ਨੂੰ ਅੱਜ ਤੱਕ ਕੁਝ ਗੱਲਾਂ ਪਤਾ ਹੀ ਨਾ ਲੱਗਦੀ 1808 ਦੇ ਵਿੱਚ ਇਹਨਾਂ ਨੇ ਕੀਤੀ ਸ਼ੁਰੂ ਤਾਂ ਪੜ੍ਹਦੇ ਹਾਂ ਕੀ ਇਹਨਾਂ ਨੇ ਥਿਊਰੀ ਦਿੱਤੀ ਹੈ ਤੇ ਕੀ ਪੁਆਇੰਟਸ ਨੇ ਪੇਪਰ ਪੁਆਇੰਟ ਆਫ ਵਿਊ ਵਾਸਤੇ ਵੈਰੀ ਇੰਪੋਰਟੈਂਟ ਸੋ ਧਿਆਨ ਨਾਲ ਸੁਣੋ ਅਕੋਰਡਿੰਗ ਟੂ ਡੈਲਟਨਸ ਐਟੋਮਿਕ ਥਿਊਰੀ all matter whether an element a compound or a mixture is composed of small particles called atoms ਕਹਿੰਦਾ ਮੈਟਰ ਐਟਮ ਦਾ ਬਣਿਆ ਬਸ ਮੈਟਰ ਜਿਹੜਾ ਹੈ ਨਾ ਵਾਧੂ ਸਾਰੇ ਐਟਮ ਮਿਲ ਕੇ ਬਣਿਆ ਤੁਹਾਡੇ ਹੱਥ ਦੇ ਵਿੱਚ ਫੋਨ ਹੈਗਾ ਨਾ ਉਹ ਵੀ ਐਟਮਸ ਦਾ ਬਣਿਆ ਵਾਧੂ ਸਾਰੇ ਛੋਟੇ ਐਟਮਸ ਨੇ ਜਿਹੜੇ ਕੀ ਮਿਲ ਕੇ ਕੀ ਬਣਾਉਂਦੇ ਨੇ ਮੈਟਰ postulates of this theory may be stated as follow ਉਹਦੀਆਂ ਕੁਝ ਗੱਲਾਂ ਆਪਾਂ ਪੜ੍ਹਦੇ ਹਾਂ all matter is made up of very tiny particle called atoms ਹੁਣੇ ਪੜ੍ਹਿਆ atoms are indivisible particles which cannot be created or destroyed in a chemical reaction ਇਹ ਮੈਂ ਨਹੀਂ ਕਹਿੰਦਾ ਪਿਆ ਇਹ ਡੈਲਟਨ ਦੀਆਂ ਗੱਲਾਂ ਨੇ ਜੋ ਡੈਲਟਨ ਬੋਲਦਾ ਸੀਗਾ ਜੋ ਡੈਲਟਨ ਨੇ ਲਿਖੀਆਂ ਨੇ ਇਹ ਆਪਾਂ ਉਹ ਪੜ੍ਹਦੇ ਪਏ ਹਾਂ ਕਈ ਜਣੇ ਕਹਿਣਗੇ ਸਰ ਇਲੈਕਟ੍ਰੋਨ ਪ੍ਰੋਟੋਨ ਦੇ ਵਿੱਚ ਐਟਮ ਟੁੱਟ ਸਕਦਾ ਪਰ ਤੁਸੀਂ ਪੜ੍ਹਾਉਂਦੇ ਪਿਓ ਵੀ ਐਟਮਸ ਨੂੰ ਡਿਵਾਈਡ ਨਹੀਂ ਕਰ ਸਕਦੇ ਤਾਂ ਰਾਜੇ ਡੈਲਟਨ ਜਦੋਂ ਸ਼ੁਰੂ ਤੋਂ ਗੱਲ ਕਰਨੀ ਸ਼ੁਰੂ ਹੋਈ ਸੀ ਨਾ ਉਦੋਂ ਡਾਲਟਨ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਆਪਾਂ ਉਹ ਪੜ੍ਹ ਰਹੇ ਹਾਂ ਇਲੈਕਟ੍ਰੋਨ ਪ੍ਰੋਟੋਨ ਆਪਾਂ ਬਾਅਦ ਦੇ ਵਿੱਚ ਪੜਾਂਗੇ ਠੀਕ ਹੈ ਐਟਮਸ ਕੀ ਨੇ ਇਨਡਿਵਿਜ਼ੀਬਲ ਪਾਰਟੀਕਲਸ ਇਹਨਾਂ ਨੂੰ ਹੋਰ ਤੋੜਿਆ ਨਹੀਂ ਜਾ ਸਕਦਾ ਡੈਲਟਨ ਕਹਿੰਦਾ which cannot be created or destroyed in a chemical reaction ਜਿਨ੍ਹਾਂ ਨੂੰ ਨਾ ਤਾਂ ਬਣਾਇਆ ਜਾ ਸਕਦਾ ਹੈ ਨਾ ਹੀ ਤੋੜਿਆ ਜਾ ਸਕਦਾ atoms of a given element are identical in mass and chemical proportions ਇੱਕ given element ਦੇ ਜਿਵੇਂ ਆਕਸੀਜਨ ਲੈ ਲਓ ਆਕਸੀਜਨ ਠੀਕ ਹੈ atoms of a given element are identical ਇਹਦੇ ਵਿੱਚ ਇੱਕ ਆਕਸੀਜਨ ਨਾਲ O ਹੈ ਦੂਜੀ ਵੀ O ਹੈ ਇਹ ਦੋਨੋਂ ਆਇਡੈਂਟੀਕਲ ਨੇ ਆਇਡੈਂਟੀਕਲ ਮਤਲਬ ਸੇਮ ਨੇ ਇਹਨਾਂ ਦਾ ਮਾਸ ਇਹਦਾ ਮਾਸ ਜਿੰਨਾ ਹੋਏਗਾ ਮੰਨ ਲਓ 16 ਹੈ ਇਹਦਾ ਮਾਸ ਵੀ 16 ਹੋਏਗਾ ਆਇਡੈਂਟੀਕਲ मतलब ट्विंस ही होंगे है ना ट्विंस मतलब जे ऑक्सीजन है तो ਇਹਦੇ ਚ ट्विंस हो गए दो हो गए है ना ਐਵੇਂ ਹੋਰ ਵੀ ਹੋ ਸਕਦਾ atoms of different elements have different mass and chemical properties हाइड्रोजन ਤੇ ਆਕਸੀਜਨ ਮੰਨ ਲਓ ਹਾਈਡਰੋਜਨ ਇਹ ਕੀ ਹੈ ਇਹਦਾ ਮਾਸ ਹੈਗਾ 1 ਇਹਦਾ ਮਾਸ ਹੈਗਾ 16 ਮਾਸ ਵੀ ਅਲੱਗ-ਅਲੱਗ different chemical proportions atom combine in the ratio of small whole numbers to form compounds whole number small ਇਹ ਕੀ ਹੁੰਦਾ ਹੈ whole numbers ਕਿਹੜੇ ਹੁੰਦੇ ਨੇ ਪੂਰੇ ਐਵੇਂ ਨਹੀਂ ਹੋ ਸਕਦਾ ਅੱਧਾ ਹਾਈਡਰੋਜਨ ਦੇ ਨਾਲ 1.5 ਆਕਸੀਜਨ ਜੁੜੀ ਹੋਵੇ ਐਵੇਂ ਨਹੀਂ ਹੋਣਾ ਇਹ ਨਹੀਂ ਹੁੰਦੇ whole number ਮਤਲਬ ਪ੍ਰੋਪਰ ਇੱਕ ਨੰਬਰ ਹੋਏਗਾ
ਐਟਮਸ ਉਦੋਂ ਹੀ ਕੰਬਾਈਨ ਕਰਨਗੇ ਛੋਟੇ ਛੋਟੇ ਹੋਲ ਨੰਬਰਸ ਦੀ ਰੇਸ਼ੀਓ 'ਚ, ਠੀਕ ਹੈ, ਟੂ ਫਾਰਮ ਕੰਪਾਊਂਡ, ਤਾਂ ਕਿ ਇੱਕ ਕੰਪਾਊਂਡ ਬਣ ਸਕੇ। ਐਵੇਂ ਪੂਰੇ ਪੂਰੇ ਜੁੜਨਗੇ, ਜਿਵੇਂ H2, NH3, CH4, C2H6, ਐਵੇਂ ਤਰ੍ਹਾਂ ਜੁੜਨਗੇ, ਠੀਕ ਹੈ। ਅੱਧੇ, ਡੇਢ, ਪੌਣਾ ਐਵੇਂ ਤਰ੍ਹਾਂ ਨਹੀਂ ਜੁੜਨਗੇ। Relative number and kinds of atoms are constant in a given compound. ਜਿਵੇਂ ਆਪਾਂ H2 ਵਾਲਾ ਕੇਸ ਪੜਿਆ ਸੀ, ਨੰਬਰ H 2 ਹੀ ਰਹਿਣਗੇ ਤੇ ਆਕਸੀਜਨ 1 ਹੀ ਰਹੇਗੀ। ਇੱਕ ਕੰਪਾਊਂਡ ਦੇ ਸੌਰੀ ਦੇ ਵਿੱਚ ਜਿਹੜੇ ਨੇ ਐਟਮਸ ਹੈ ਉਹਨਾਂ ਦੇ ਨੰਬਰ ਕੀ ਹੈ, ਕੌਂਸਟੈਂਟ ਰਹੇਗਾ, ਮਤਲਬ ਸੇਮ ਰਹੇਗਾ। ਕੌਂਸਟੈਂਟ, ਆਇਡੈਂਟੀਕਲ, ਹੈ ਨਾ, ਆਇਡੈਂਟੀਕਲ ਮਤਲਬ ਦੋ ਚੀਜ਼ਾਂ ਇੱਕੋ ਨਾਲ ਦੀ, ਕੌਂਸਟੈਂਟ ਦਾ ਮਤਲਬ ਫਿਕਸ। You will study in the next chapter that all the atoms are made up of still smaller particles. ਕਹਿੰਦਾ ਡੈਲਟਨ ਦੀ ਥਿਊਰੀ ਤੋਂ ਬਾਅਦ ਆਪਾਂ ਅਗਲੇ ਚੈਪਟਰ ਦੇ ਵਿੱਚ ਪੜਾਂਗੇ ਕਿ ਐਟਮਸ ਨੂੰ ਹੋਰ ਵੀ ਅੱਗੋਂ ਤੋੜਿਆ ਜਾ ਸਕਦਾ, ਪਰ ਫਿਲਹਾਲ ਆਪਾਂ ਐਟਮਸ ਡੈਲਟਨ ਦੇ ਹਿਸਾਬ ਨਾਲ ਪੜ੍ਹ ਲਏ, ਠੀਕ ਹੈ। ਇਹਨਾਂ ਤੁਸੀਂ ਕੰਮ ਜਿਹੜਾ ਰਿਵਾਈਜ਼ ਕਰ ਲੈਣਾ, ਪਹਿਲਾਂ ਆਪਦੀ ਬੁੱਕ ਤੋਂ ਧਿਆਨ ਨਾਲ ਪੜ੍ਹ ਲੈਣਾ, ਜਿੱਥੋਂ ਪਤਾ ਨਹੀਂ ਲੱਗਦਾ ਦੁਬਾਰਾ ਇੱਕ ਵਾਰੀ ਵੀਡੀਓ ਉੱਥੋਂ ਚਲਾ ਕੇ ਦੇਖ ਲੈਣੀ ਹੈ। ਸਾਰੀਆਂ ਗੱਲਾਂ ਬੜੀ ਆਸਾਨੀ ਨਾਲ ਬੜੇ ਕਲੀਅਰ ਦੱਸੀਆਂ ਨੇ, ਕੁਐਸਚਨਸ ਕਰਦੇ ਆ ਬੜੇ ਈਜ਼ੀ ਨੇ। In a reaction, 5.3 gram of sodium carbonate reacted with 6 gram of ethanoic acid. 5.3 gram, ਓਏ ਬਲਰ ਜਿਹਾ ਹੋਈ ਜਾਂਦਾ ਨਾ ਕੱਲ ਦਾ ਮੇਰਾ ਪੀਸੀ। 5.3 ਗ੍ਰਾਮ, ਮੈਂ ਪੈਨ ਚੇਂਜ ਕਰਦਾ, 5.3 ਗ੍ਰਾਮ ਰਿਐਕਟ ਕਰਦਾ ਹੈ 6 ਗ੍ਰਾਮ ਦੇ ਨਾਲ। The products were 2.2 gram of carbon dioxide, 2.2 gram carbon dioxide बनी, plus 0.9 gram water, 0.9 gram water, plus 8.2 gram sodium ethanoate, 8.2. Show that these observations are in agreement with the law of conservation of mass. ਕਹਿੰਦਾ ਇਹ ਵਾਲੀਆਂ ਗੱਲਾਂ law of conservation of mass ਨੂੰ ਦੱਸਦੀਆਂ ਨੇ ਵੀ ਉਹ ਸਹੀ ਹੈ। ਆਪਾਂ ਐਂ ਕਰਨੇ ਆ, ਰਿਐਕਟੈਂਟਸ ਨੂੰ ਐਡ ਕਰਕੇ ਵੇਖਦੇ ਆ ਕਿੰਨਾ ਬਣਦਾ। 6 plus 5.3 which is equal to 11.3, ਆ ਹੋ ਗਏ ਰਿਐਕਟੈਂਟ। ਹੁਣ ਆਪਾਂ ਵੇਖਦੇ ਆ ਪ੍ਰੋਡਕਟਸ ਦਾ ਸਮ, 2.2 ਗ੍ਰਾਮ plus 0.9 plus 8.2, 8.2 ਤੇ 2.2 ਹੋ ਗਿਆ, ਰੱਬ ਜੀ ਤੁਹਾਡਾ ਭਲਾ ਕਰਨ, 10.4। ਇਹਨਾਂ ਦੋਨਾਂ ਦਾ ਸਮ ਹੋ ਗਿਆ 10.4, 10.4 ਤੇ 0.9, 0.9, 9 4 13, 1 1 ਉਹ ਆ ਗਿਆ 1 1 11.3 ਤੇ 11.3। ਰਿਐਕਟੈਂਟਸ ਦਾ ਮਾਸ ਦਾ ਸਮ ਬਰਾਬਰ ਆ ਗਿਆ ਪ੍ਰੋਡਕਟਸ ਦੇ ਮਾਸ ਦੇ ਸਮ। ਤਾਂ ਇੱਥੋਂ ਕੀ ਪਤਾ ਲੱਗਦਾ, ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, LCM।